ਲਾਹੌਰ ਦੇ ਬਾਰੇ ਮੈਂ ਜਾਣਨਾ ਚਾਹ ਰਿਹਾ ਇੱਕ ਰਿਵਾਇਤਾਂ ਹੁੰਦੀਆਂ ਸੀ ਲਾਹੌਰ ਦੀ ਰਿਵਾਇਤਾਂ। ਮੈਂ ਲਾਹੌਰ ਹੁਣ ਪ੍ਰੀ ਪਾਰਟੀਸ਼ਨ ਦੀ ਗੱਲ ਕਰ ਰਿਹਾ। ਇਹ ਕੈਸਾ ਲਾਹੌਰ ਸੀ ਸਰ? ਇੱਥੇ ਬੜਾ ਅੱਛਾ ਸੀ। ਮਸਲਨ ਬਰਾਦਰੀਆਂ ਦੇ ਕੋਈ ਨਾ ਸੈਨਮੇ ਸਨ, ਨਾ ਹੋਟਲ ਸਨ, ਨਾ ਕੋਈ ਸ਼ੈ ਸੀ। ਅਤੇ ਬਰਾਦਰੀਆਂ ਨੇ ਆਪਣੇ ਆਪਣੇ ਮਸਲਨ ਸ਼ਾਦੀ ਕਰਨੀ ਹੈ, ਉਹਨਾਂ ਦੇ ਆਪਣੇ ਬਰਤਨ ਸਾਰੇ ਬਣਾਏ ਹੁੰਦੇ ਸੀ। ਅੱਛਾ। ਇਸੇ ਤਰ੍ਹਾਂ ਇਜਤਮਾਹੀ ਜ਼ਿੰਦਗੀ ਸੀ, ਇਜਤਮਾਹੀ ਜ਼ਿੰਦਗੀ ਸੀ। ਇਹ ਉੱਤੇ ਔਰਤਾਂ ਸਾਰੀਆਂ ਪੁਰਾਣੀਆਂ ਲਾਹੌਰ ਵਾਲੀਆਂ ਤੰਦੂਰੀਆਂ ਇਹਨਾਂ ਨੇ ਆਪਣੀ ਛੱਤਾਂ 'ਤੇ ਲਾਈਆਂ ਹੁੰਦੀਆਂ ਸੀ। ਉਹ ਇੱਕ ਪੁਲ ਜਿਹਾ ਬਣਾ ਕੇ ਇੱਕ ਦੂਜੇ ਦੇ ਘਰ ਆਉਂਦੀਆਂ ਜਾਂਦੀਆਂ ਸਨ। ਅਤੇ ਉਹ ਇਹ ਨਾ ਉਹ ਫਿਰ ਔਰਤਾਂ ਵੀ ਵਿਹਲੀਆਂ ਹੋ ਕੇ ਬਹਿ ਜਾਂਦੀਆਂ ਸਨ ਬਾਹਰ ਸੜਕ 'ਤੇ, ਅਤੇ ਮਰਦ ਵੀ ਰਾਤ ਨੂੰ ਪੈ ਜਾਂਦੇ ਸੀ। ਇਹ ਥੋੜ੍ਹਾ ਪਾਰਟੀ ਜਿਹੜੀ ਉਹ ਚੱਲਦੀ ਹੁੰਦੀ ਸੀ। ਇੱਕ ਦੀ ਬੇਟੀ ਦੀ ਸ਼ਾਦੀ ਸਾਰੇ ਇਕੱਠੇ ਹੁੰਦੇ ਸਨ, ਹਿੰਦੂ ਵੀ ਹੋਵੇ ਸਿੱਖ ਵੀ ਹੋਵੇ, ਉਹਨੂੰ ਖਾਣਾ ਵੱਖਰਾ ਦਿੰਦੇ ਸਨ। ਅਤੇ ਇਸੇ ਤਰ੍ਹਾਂ ਮੁਸਲਮਾਨਾਂ ਦੀ ਸ਼ਾਦੀ ਹੋਵੇ ਤਾਂ ਉਹਨਾਂ ਨੂੰ ਵੀ ਦਿੰਦੇ ਸੀ। ਅਤੇ ਉਹ ਇੱਕ ਤਰ੍ਹਾਂ ਦਾ ਟਾਲਰੈਂਸ ਦਾ ਕਲਚਰ ਸੀ ਲਾਹੌਰ ਸ਼ਹਿਰ ਦੇ ਅੰਦਰ ਵਿੱਚ। ਅੱਛਾ, ਇਹਦੇ ਰਣਜੀਤ ਸਿੰਘ ਦੇ ਵੇਲੇ ਕੁਝ ਇਹਨਾਂ ਦੀਆਂ ਸਿੱਖਣੀਆਂ ਔਖੀਆਂ ਹੋਈਆਂ ਸਨ। ਮਸਾ ਇੱਥੇ ਬਾਂਗ ਦਿੰਦੇ ਹਨ ਸੁਨਾਰੀ ਮਸਜਿਦ, ਉਹ ਆਉਂਦੀ ਸੀ ਸਾਡੇ ਹੌਲ ਡਿੱਗ ਜਾਣਗੇ, ਅਸੀਂ ਇਹਨਾਂ ਦੀ ਬਾਂਗ ਨਹੀਂ ਸੁਣਦੇ। ਉਹਨੇ ਬੰਦ ਕਰਾ ਦਿੱਤੀਆਂ, ਬੰਦ ਕਰਾਈਆਂ ਹਜ਼ਾਰਾਂ ਨਾ ਰਣਜੀਤ ਸਿੰਘ ਨੇ। ਕੁਝ ਕੀਤੇ, ਕੁਝ ਹੋਰ ਕਰਨਾ ਚਾਹੁੰਦਾ ਸੀ, ਲੇਕਿਨ ਇਹ ਫਕੀਰ ਖਾਨਦਾਨ ਵਾਲੇ ਜਿਹੜੇ ਨੇ ਨਾ, ਇਹਨਾਂ ਨੂੰ ਸਮਝਾਇਆ। ਮਸਲਨ ਗੁਰਮੁਖੀ ਲਿਆਉਣਾ ਚਾਹੁੰਦਾ ਸੀ, ਉਹ ਫਾਰਸੀ ਕੱਢ ਕੇ ਅਤੇ ਪੰਜਾਬੀ ਲਿਆਉਣਾ ਚਾਹੁੰਦਾ ਸੀ। ਉਹ ਫਿਰ ਉਹਨਾਂ ਆਖਿਆ ਕਿ ਨਹੀਂ, ਇਹ ਹੁਣ ਇਸ ਵੇਲੇ ਗੁਰਮੁਖੀ ਜਿਹੜੀ ਹੈ ਲੈ ਆਓਗੇ ਅਤੇ ਇਹਨਾਂ ਨੂੰ ਪਤਾ ਵੀ ਨਹੀਂ ਚੱਲਣਾ ਕਿਸੇ ਪੰਜਾਬੀ ਨੂੰ, ਅਤੇ ਨਾ ਹੀ ਤੁਹਾਡੀ ਫਾਰਸੀ ਜਿਹੜੀ ਟੁਰ ਜਾਏਗੀ, ਜਿਹੜੀ ਹਰ ਬੰਦਾ ਜਾਣਦਾ ਹੈ, ਅਤੇ ਉਹ ਵੀ ਕੋਈ ਨਹੀਂ ਰਹੇਗੀ ਅਤੇ ਕੰਮ ਖਰਾਬ ਹੋ ਜਾਏਗਾ। ਅਤੇ ਮਿਹਰਬਾਨੀ ਕਰੋ। ਫਿਰ ਜਿੰਨਾ ਚਿਰ ਇਹ ਰਿਹਾ ਰਣਜੀਤ ਸਿੰਘ, ਉਹਨਾਂ ਨੇ ਕੁਝ ਨਹੀਂ ਕੀਤਾ, ਉਹਨੇ ਉਹ ਹੀ ਰੱਖੇ।